सिचुएशन बनी है मुल्क दे विच अदम एतमाद PTM ਇਹਦੇ 'ਚ ਮੁਲਕ ਨੂੰ ਕੋਈ ਨੁਕਸਾਨ ਹੋ ਰਿਹਾ ਜਾਂ ਕੋਈ ਫਾਇਦਾ ਹੋ ਰਿਹਾ ਮੁਲਕ ਨੂੰ? ਨਹੀਂ, ਇਹ ਜਿਹੜੀ ਅਦਮ एतमाद ਦੀ ਤਹਿਰੀਕ ਹੁੰਦੀ ਹੈ ਅਸੈਂਬਲੀਆਂ ਦੇ ਵਿੱਚ ਆਉਂਦੀ ਆ ਹਕੂਮਤਾਂ ਦੇ ਖਿਲਾਫ, ਉਹ ਲਾਮੁਹੱਲਾ ਬਾਤ ਹੈ ਕਿ ਵਕਤ ਦਾ ਵੀ ਜ਼ਿਆ ਹੁੰਦਾ ਹੈ, ਮੁਲਕ ਦਾ ਕਾਰੋਬਾਰੀ ਨੁਕਸਾਨ ਹੁੰਦਾ ਹੈ। ਉਹਦੇ ਨਾਲ ਬਾਹਰ ਦੇ ਅਦਾਰੇ ਜਿੰਨੇ ਹੁੰਦੇ ਨੇ, ਕਾਰੋਬਾਰੀ ਲੋਕ ਵੀ, ਇਨਵੈਸਟਰ ਵੀ, ਉਹ ਬ੍ਰੇਕ ਲਾ ਜਾਂਦੇ ਨੇ ਕਿ ਇਹ ਅਗਰ ਹਕੂਮਤ ਨਾ ਰਹੀ ਤਾਂ ਇਹਦੀਆਂ ਪਾਲਿਸੀਆਂ ਵੀ ਜਾਂਦੀਆਂ ਰਹਿਣੀਆਂ ਨੇ ਤੇ ਸਾਡੀ ਸਰਮਾਇਆਕਾਰੀ 'ਚ ਨੁਕਸਾਨ ਨਾ ਹੋਏ। ਤੇ ਦੂਸਰਾ, ਖਾਨ ਸਾਹਿਬ ਨੂੰ ਤੇ ਇਹਦਾ ਜਿਹੜਾ ਜ਼ਾਤੀ ਤੌਰ 'ਤੇ ਉਹਨਾਂ ਨੂੰ ਸਿਆਸੀ ਤੌਰ 'ਤੇ ਫਾਇਦਾ ਹੈ। ਆਪੋਜੀਸ਼ਨ ਬਜ਼ਾਤੇ ਖੁਦ ਯਾਨੀ ਮਹਿੰਗਾਈ ਦਾ ਚਰਚਾ ਕਰ ਕਰਕੇ ਤੇ ਅੱਜ ਉਹਨਾਂ ਨੂੰ ਫਿਰ ਦੁਬਾਰਾ ਉਸ ਲੈਵਲ 'ਤੇ ਲੈਣ ਦਾ, ਕਿਉਂਕਿ ਇਹ ਤੇ ਹਰ ਬੰਦੇ ਦੀ ਆਵਾਜ਼ ਹੈ ਕਿ ਆਪਣੇ ਕੇਸਾਂ ਵਾਸਤੇ ਲੱਗੇ ਨੇ ਹੋਰ ਇਹਨਾਂ ਨੂੰ ਆਵਾਮ ਨਾਲ ਕੋਈ ਹਮਦਰਦੀ ਨਹੀਂ। ਤੇ ਦੂਸਰਾ, ਹੁਣ ਪੋਜੀਸ਼ਨ ਨਹੀਂ ਸੀ ਜਾਂ ਤੇ ਸਟਾਰਟ ਵਿੱਚ ਜਦੋਂ ਇਹਨਾਂ ਵੇਖ ਲਿਆ ਪਹਿਲੇ 6-7 ਮਹੀਨੇ 'ਚ ਕਿ ਉਹਨਾਂ ਕੋਲ ਮਹਿੰਗਾਈ ਕੰਟਰੋਲ ਨਹੀਂ ਹੋਈ, ਉਹਦੇ ਤਹਿਰੀਕ ਲੈਣ ਦੇ 6-7 ਬੰਦੇ ਤੇ ਹਕੂਮਤ ਸੀ ਤੇ ਇਹਨਾਂ ਕੋਲ ਨੰਬਰ ਵੀ ਆਣ। ਤੇ ਹੁਣ ਜਦੋਂ ਆਖਰੀ ਸਾਲ ਆ ਗਿਆ ਇਲੈਕਸ਼ਨ ਦਾ, ਇਹਨਾਂ ਇਹ ਸੋਚਿਆ ਇਹ ਆਖਰੀ ਸਾਲ ਹੁੰਦਾ ਹੈ, ਇਹਦੇ ਵਿੱਚ ਜਿਹੜੀਆਂ 63 ਸਾਲਾਂ ਦੀਆਂ ਪਾਲਿਸੀਆਂ ਬਣਾਈਆਂ ਹੁੰਦੀਆਂ ਨੇ ਮੁਆਸ਼ੀ, ਉਹਨਾਂ ਦੇ ਰਿਜ਼ਲਟ ਆਉਣੇ ਹੁੰਦੇ ਨੇ, ਕੋਈ ਮਨਸੂਬੇ ਮੁਕੰਮਲ ਹੁੰਦੇ ਨੇ, ਕੋਈ ਜਿਹੜੇ ਮੁਲਾਕਾਤਾਂ ਹੋਈਆਂ ਨੇ, ਦੌਰੇ ਹੋਏ ਨੇ, ਉਹਨਾਂ ਦੇ ਤਹਿਤ ਇਨਵੈਸਟਰ ਆਉਂਦੇ ਨੇ। ਉਹ ਫਿਲਹਾਲ ਹੁਣ ਸਭ ਕੁਝ ਰੁਕ ਗਿਆ, ਲਿਹਾਜ਼ਾ ਉਹਦਾ ਮੁਲਕ ਨੂੰ ਇੰਨਾ ਬੜਾ ਨੁਕਸਾਨ ਹੈ ਕਿ ਫੌਰਨ ਹੀ ਡਾਲਰ 182 ਰੁਪਏ 'ਤੇ ਹੋ ਗਿਆ। ਹਾਂਜੀ, ਤੇ ਇਹ ਸਾਡੇ ਮੁਲਕ ਨੂੰ ਇੱਕ ਬੜਾ ਸੈਟਬੈਕ ਹੈ। ਕੋਈ ਜ਼ਾਤੀ ਮਫਾਦਾਤ ਦੀ ਬੁਨਿਆਦ 'ਤੇ ਸਾਰੇ ਕੰਮ ਹੁੰਦੇ ਨੇ, ਕੋਈ ਮੁਲਕੀ ਮਫਾਦ ਨੂੰ ਕੋਈ ਨਹੀਂ ਸੋਚਦਾ। ਅੱਛਾ, ਇੱਕ ਹੋਰ ਸਵਾਲ ਮੇਰੇ ਦਿਨ 'ਚ ਆ ਗਿਆ। JUI ਮੌਲਾ ਫਜ਼ਲ ਰਹਿਮਾਨ, ਉਹਨਾਂ ਦਾ ਇੱਕ ਕਾਰਕੁਨ ਨੇ ਸਟੇਜ 'ਤੇ ਖੜਾ ਹੋ ਕੇ ਐਲਾਨ ਕਰ ਰਿਹਾ ਸੀ ਲੋਕਾਂ ਦੇ ਸਾਹਮਣੇ ਕਿ ਮੇਰੇ ਪਿੱਛੇ ਜਿੰਨੇ ਵੀ ਨਮਾਜ਼ਾਂ ਪੜ੍ਹੀਆਂ ਨੇ, ਠੀਕ ਹੈ, ਅਗਰ ਉਹਨਾਂ ਨੇ ਮੌਲਾਨਾ ਫਜ਼ਲ ਰਹਿਮਾਨ ਨੂੰ ਵੋਟ ਨਾ ਦਿੱਤਾ ਤੇ ਉਹ ਮੈਂ ਮਤਲਬ ਕਿ ਉਹ ਨਮਾਜ਼ਾਂ ਦਾ ਨਾ ਮੈਂ ਕਹਾਂਗਾ ਕਿ ਉਹ ਤੁਹਾਨੂੰ ਬਖਸ਼ੀਆਂ ਨਹੀਂ ਜਾਂਦੀਆਂ, ਠੀਕ ਹੈ, ਮੇਰੇ ਪਿੱਛੇ ਜਿਹੜੀਆਂ ਤੁਸੀਂ ਨਮਾਜ਼ਾਂ ਪੜ੍ਹੀਆਂ ਜਾਂ ਜਿਹੜੀਆਂ ਆਇੰਦਾ ਪੜ੍ਹੋਗੇ ਨਾ, ਮੈਂ ਉਹ ਵੀ ਨਹੀਂ ਮਤਲਬ ਕਿ ਕਰਾਂਗਾ, ਉਹ ਵੀ ਮੈਂ ਕਹਾਂਗਾ ਕਿ ਨਹੀਂ ਮਨਜ਼ੂਰ ਹੈ। ਠੀਕ ਹੈ, ਤਾਂ ਕੀ ਕਹਿਣਾ ਚਾਹੋਗੇ? ਕਹਿੰਦੇ ਵੋਟ ਲਾਜ਼ਮੀ ਦੇਣਾ, ਨਹੀਂ ਦਿੱਤਾ ਤੇ ਮੈਂ ਕੋਈ ਵੀ ਜਮਾਤ ਜਿਹੜੀ ਮੇਰੇ ਪਿੱਛੇ ਪੜ੍ਹੀ ਉਹ ਨਹੀਂ ਮੰਨੀ ਹੈ। ਪਹਿਲੀ ਬਾਤ ਇਹ ਹੈ ਕਿ ਉਹਨਾਂ ਨੂੰ ਇਹ ਮਾਮਲਾ ਦੀਨ ਦੇ ਜਿਹੜੇ ਨੇ ਉਹ ਉਹਨਾਂ ਦੇ ਤਹਿਤ ਇਹ ਬਾਤ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡੇ ਦੀਨ ਵਿੱਚ ਮਾਸ਼ਾਅੱਲਾ ਅੱਲਾਹ ਪਾਕ ਨੇ ਬੜਾ ਅੱਛਾ ਨਿਜ਼ਾਮ ਦਿੱਤਾ ਹੈ ਸਿਆਸੀ, ਕਿ ਉਹ ਦੀਨ ਵਿੱਚ ਤਾਂ ਗਿਣਤੀ ਹੈ ਨਹੀਂ, ਦੀਨ ਵਿੱਚ ਤਾਂ ਇਹ ਕਿ ਵਜ਼ਨ ਹੈ ਕਿ ਤੁਸੀਂ ਜਿਹੜਾ ਬੰਦਾ ਇੱਕ ਤੁਹਾਡੀ ਕਬੀਨਾ ਸ਼ੂਰਾ ਹੈ, ਉਹਦੇ 'ਚੋਂ ਜਿਹੜਾ ਬੰਦਾ ਮੋਤਬਰ ਸਮਝਦੇ ਹੋ, ਨਮਾਜ਼ੀ ਪਰਹੇਜ਼ਗਾਰ ਸੋਮੋ ਸਲਾਤ ਦਾ ਪਾਬੰਦ ਸਮਝਦੇ ਹੋ, ਤੁਸੀਂ ਉਹਨੂੰ ਆਪਣਾ ਅਮੀਰ ਬਣਾ ਲਓ। ਲੇਕਿਨ ਇਹ ਜਿਹੜਾ ਨਿਜ਼ਾਮ ਹੈ ਸਾਡਾ, ਇਹ ਗਿਣਤੀ ਹੈ। ਇਹ ਗਿਣਤੀ ਵਿੱਚ ਘੋੜੇ ਖੋਤੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ, ਕਿਉਂਕਿ ਅਹਿਮੀਅਤ ਅਗਰ ਵੇਖੀ ਜਾਏ ਤਾਂ ਘੋੜੇ ਦੀ ਹੈ, ਲੇਕਿਨ ਅਗਰ ਗਧੇ ਜ਼ਿਆਦਾ ਨੇ, ਘੋੜਾ ਇਕੱਲਾ ਤਾਂ ਅਹਿਮੀਅਤ ਘੋੜਿਆਂ ਦੀ ਹੈ ਜਮਹੂਰੀ ਨਿਜ਼ਾਮ 'ਚ। ਲਿਹਾਜ਼ਾ ਮੌਲਾਨਾ ਸਾਹਿਬ ਨਾਲ ਤਾਂ ਮੈਂ ਮਾਸ਼ਾਅੱਲਾ ਆਲਮ ਆਦਮੀ ਨੇ, ਬੜੇ ਮਦਰਸੇ ਚਲਾ ਰਹੇ ਨੇ, ਚੱਲਦੇ ਨੇ ਪਏ, ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ। ਲੇਕਿਨ ਇੱਕ ਇੰਤਹਾਈ ਮੈਨੂੰ ਅਫਸੋਸ ਹੈ ਕਿ ਮੌਲਾਨਾ ਸਾਹਿਬ ਆਂਦੇ ਨੇ ਜੀ 73 ਦਾ ਆਇਨ ਜਿਹੜਾ ਹੈ ਬੜਾ ਮੁਕੱਦਸ ਆਇਨ ਜਿਹੜਾ ਕਿ ਜੀ ਮਤਫਿਕਾ ਆਇਨ ਹੈ, ਲੇਕਿਨ ਜਿਹੜਾ ਅੱਲਾਹ ਪਾਕ ਨੇ ਸਾਨੂੰ ਆਇਨ ਔਰ ਨਿਜ਼ਾਮ ਦਿੱਤਾ ਹੈ, ਮੌਲਾਨਾ ਸਾਹਿਬ ਨੇ ਅੱਜ ਤੱਕ ਅਸੈਂਬਲੀ 'ਚ ਮੈਂ ਨਹੀਂ ਸੁਣੀ ਉਹਨਾਂ ਕੋਈ ਇਹ ਗੱਲ ਕਰਦੇ। ਬਾਕੀ ਚਲੋ ਸਾਡੇ ਹੁਕਮਰਾਨਾਂ ਨੇ ਨਾਲ ਨਾਲ ਦੀਨ ਦੇ ਮੁਤਾਬਕ ਕੰਮ ਕੀਤਾ, ਜਿਵੇਂ ਕਿ ਭੁੱਟੋ ਸਾਹਿਬ ਦੇ ਦੌਰ 'ਚ ਫਿਤਨਾ ਉੱਠਿਆ ਕਾਦੀਆਨੀਆਂ ਦਾ, ਉਹਦੇ 'ਤੇ ਆਲਮਾਂ ਸਾਰਿਆਂ ਵੀ ਕਾਫੀ ਕੋਸ਼ਿਸ਼ ਕੀਤੀ, ਤਾਲਬ ਇਲਮਾਂ ਵੀ ਕੀਤੀ, ਤੇ ਉਹ ਅੱਲਾਹ ਪਾਕ ਨੇ ਖੈਰ ਵਫੀਅਤ ਨਾਲ ਸਿਰੇ ਚਾੜ ਦਿੱਤਾ, ਅਕਲੀਅਤ ਕਰਾਰ ਹੋ ਗਿਆ। ਉਸ ਤੋਂ ਬਾਅਦ ਜ਼ਿਆ ਸਾਹਿਬ ਆਏ ਨੇ, ਉਹਨਾਂ ਜਿਹੜੀਆਂ ਉਹਨਾਂ ਕੋਲ ਮਸਜਿਦਾਂ ਹਨ, ਉਹਨਾਂ ਕਿਹਾ ਕਿ ਉਹ ਮਸਜਿਦਾਂ ਉਹਨਾਂ ਦੀ ਤਵੀਜ਼ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਗੈਰ ਮੁਸਲਿਮ ਕਰਾਰ ਦੇ ਦਿੱਤੇ ਗਏ ਨੇ। ਉਸ ਤੋਂ ਬਾਅਦ ਚੌਧਰੀ ਪਰਵੇਜ਼ ਅਲਾਹੀ ਸਾਹਿਬ ਆਏ ਨੇ, ਤੇ ਕਿਉਂਕਿ ਕਾਦੀਆਨੀ ਕੁਰਾਨ ਪਾਕ 'ਚ ਇੱਕ ਲਫ਼ਜ਼ ਆਇਆ ਰੱਬੂਆ, ਉਹਦੇ 'ਤੇ ਲੋਕਾਂ ਨੂੰ ਟਰੈਪ ਕਰਦੇ ਹਨ, ਨਵੇਂ ਲੋਕਾਂ ਨੂੰ ਜਿਨ੍ਹਾਂ ਨੂੰ ਇਲਮ ਨਹੀਂ। ਉਹ ਇੱਕ ਚੌਧਰੀ ਪਰਵੇਜ਼ ਅਲਾਹੀ ਸਾਹਿਬ ਨੂੰ ਕਿਸੇ ਆਲਮ ਨੇ ਸਮਝਾਇਆ ਤਾਂ ਉਹਨਾਂ ਉਹਦਾ ਰੱਬਵੇ ਦਾ ਨਾਂ ਚਨਾਬ ਨਗਰ ਰੱਖ ਦਿੱਤਾ। ਤੇ ਇਹ ਵਾਸਤੇ ਹੈ ਸਹੀ ਹੈ, ਸਾਡੇ 'ਚ ਈਮਾਨ ਦੀ ਹਰਾਰਤ ਹੈ। ਉਸ ਤੋਂ ਬਾਅਦ ਸਾਡਾ ਦੀਨ ਹੈ, ਸਾਡੇ ਲੋਕ ਮੁਸਲਮਾਨ। ਲੇਕਿਨ ਮੌਲਾਨਾ ਸਾਹਿਬ ਕੋਲ ਤੁੱਕ ਇਹ ਸੀ ਕਿ ਇਮਰਾਨ ਖਾਨ ਨੂੰ ਯਹੂਦੀ ਆਖਣ ਦੀ ਬਜਾਏ, ਕੁਝ ਆਖਣ ਦੀ ਬਜਾਏ, ਉਹਨੂੰ ਇੱਕ ਆਪਣੇ ਨਾਲ ਰੱਖ ਕੇ ਤੇ ਟ੍ਰੇਨਿੰਗ ਕਰਾਉਂਦੇ, ਕਿਉਂਕਿ ਜਜ਼ਬਾ ਉਹਦੇ ਵਿੱਚ ਵੀ ਆ ਸੀ। ਕਿਉਂਕਿ ਮੌਲਾਨਾ ਸਾਹਿਬ ਡਰਾਉਣ ਹਮਲੇ ਹੁੰਦੇ ਹਨ, ਤੇ ਮੌਲਾਨਾ ਸਾਹਿਬ ਇੱਕ ਦਿਨ ਵੀ
ਇਹ ਨਹੀਂ ਐਲਾਨ ਕੀਤਾ ਕਿ ਸਾਡੇ ਸੂਬੇ 'ਚ ਅਗਰ ਡਰੋਨ ਹਮਲਾ ਹੋਇਆ ਤੇ ਅਸੀਂ ਕੋਈ ਹੋਰ ਕਾਰਵਾਈ ਕਰਾਂਗੇ ਜਾਂ ਕੀ ਕਰਾਂਗੇ। ਲੇਕਿਨ ਖਾਨ ਸਾਹਿਬ ਆਏ ਨੇ ਤਾਂ ਉਹਨਾਂ ਜਾ ਕੇ ਉੱਥੇ ਫਾਟਾ ਦੇ ਏਰੀਏ 'ਚ ਜਿਹੜੇ ਡਰੋਨ ਹਮਲੇ ਹੁੰਦੇ ਹਨ ਉਹਨਾਂ 'ਤੇ ਇhtਜਾਜ ਕਰਕੇ ਉਹਨਾਂ ਨੂੰ ਰੁਕਵਾਇਆ ਹੈ। ਬਲਕਿ ਮੌਲਾਨਾ ਸਾਹਿਬ ਤੇ ਹਕੂਮਤਾਂ ਨਾਲ ਹਕੂਮਤ 'ਚ ਚੱਲਦੇ ਸਨ, ਪਰ ਇਹਨਾਂ ਹਕੂਮਤਾਂ ਦਾ ਵਿਜ਼ਨ ਇਹ ਸੀ, ਉਹਨਾਂ ਨੂੰ ਅਮਰੀਕਾ ਨੂੰ ਕਿਹਾ ਸੀ ਕਿ ਅਸੀਂ ਪੈ ਮਜ਼ੰਮਤ ਕਰਾਂਗੇ, ਤੁਸੀਂ ਹਮਲੇ ਕਰਦੇ ਰਹੋ। ਇਹ ਸਾਡਾ ਦੀਨ ਹੈ ਜਿਹੜਾ, ਇਹਦੇ 'ਚ ਬੜੀ ਕਸ਼ਿਸ਼ ਹੈ। ਸਾਡਾ ਜਿਹੜਾ ਆਲਮ ਹੈ, ਖਤੀਬ ਹੈ ਜਾਂ ਇਮਾਮ ਹੈ, ਅਸੀਂ ਉਹਦੀ ਨਹਾਇਤ ਇੱਜ਼ਤ ਕਰਨੇ ਹਾਂ ਸਾਰੇ ਲੋਕ ਹੀ। ਜਿਹੜਾ ਨਹੀਂ ਵੀ ਨਮਾਜ਼ ਕਿਸੇ ਵੇਲੇ ਪੜ੍ਹਨ ਜਾਂਦਾ ਉਹ ਵੀ ਬੜੀ ਇੱਜ਼ਤ ਕਰਦਾ, ਤੇ ਉਹ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਬੜਾ ਰੁਤਬਾ ਹੈ, ਇਮਾਮਤ ਦਾ ਰੁਤਬਾ ਹੈ ਬੜਾ, ਜਿਹੜਾ ਉਹਨੂੰ ਇਸ ਤਰ੍ਹਾਂ ਕਰਕੇ ਨਾ ਤੇ ਕੰਟਰੋਵਰਸ਼ਲ ਨਹੀਂ ਬਣਾਉਣਾ ਚਾਹੀਦਾ ਤੇ ਨਾ ਮਤਨਾਜ਼ਾ ਬਣਾਉਣਾ ਚਾਹੀਦਾ। ਕੋਈ ਆਖੇ ਨਹੀਂ ਜੀ ਉਹਨੇ ਗਲਤ ਗੱਲ ਕੀਤੀ ਹੈ, ਕੋਈ ਆਖੇ ਉਹਨੇ ਸਹੀ ਕੀਤੀ ਹੈ। ਬਾਕੀ ਇਹ ਹੈ ਕਿ ਜਾਂ ਤਾਂ ਮੌਲਾਨਾ ਸਾਹਿਬ ਪੈਟਰਨ ਇਹ ਹੀ ਫੜਨ ਨਾ ਕਿ ਸਾਨੂੰ ਜਿਹੜਾ ਅੱਲਾ ਨੇ ਨਿਜ਼ਾਮ ਦਿੱਤਾ ਹੈ, ਜੇ ਉਹਦੇ 'ਚ ਕੋਈ ਕਮੀ ਸਮਝਦੇ ਨੇ ਮੌਲਾਨਾ ਸਾਹਿਬ, ਤੇ ਮੌਲਾਨਾ ਸਾਹਿਬ ਫਿਰ ਰਿਸਰਚ ਕਰਨ ਉਹਦੀ। ਬਾਕੀ ਅਸਾਂ ਜਿਹੜਾ ਸੁਣਿਆ, ਚਲੋ ਆਲਮਾਂ ਕੋਲੋਂ ਸੁਣੀਦਾ ਕਿ ਅੱਲਾ ਪਾਕ ਨੇ ਇਸ ਕੁਰਾਨ ਪਾਕ ਦੇ ਵਿੱਚ ਪੂਰਾ ਨਿਜ਼ਾਮੇ ਹਯਾਤ ਇਨਸਾਨਾਂ ਵਾਸਤੇ ਬਣਾਇਆ ਔਰ ਉਹਦੇ 'ਤੇ ਅਮਲ ਕੀਤਾ ਜਾ ਸਕਦਾ ਤੇ ਜ਼ਿੰਦਗੀ ਬੜੀ ਆਸਾਨ ਗੁਜ਼ਰਦੀ ਹੈ ਔਰ ਮੁਆਸ਼ੀ ਨਿਜ਼ਾਮ ਵੀ ਬਿਹਤਰੀਨ ਹੋ ਜਾਂਦਾ। ਠੀਕ ਹੈ ਜੀ, ਸ਼ੁਕਰੀਆ ਜੀ। ਮਿਹਰਬਾਨੀ।